नेशनल न्यूज़ नामा के नासिर जमील को दावत दूंगा कि वो मुख्तसर अपना अज़ार ख्याल करें। मेरे ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਮੈਂ ਆਪਣਾ ਜਦੋਂ ਅੱਜ ਦੀ ਗੱਲ ਦਾ ਜੋ ਸ਼ੋਅ ਕਰ ਰਿਹਾ ਨੈਸ਼ਨਲ ਨਿਊਜ਼ ਦੇ ਉੱਤੇ ਤੇ ਇਸ ਤਰ੍ਹਾਂ ਹੀ ਸ਼ੁਰੂ ਕਰਨਾ ਵਾ। ਔਰ ਮੈਂ ਅੱਜ ਬੜਾ ਸ਼ੁਕਰਗੁਜ਼ਾਰ ਹਾਂ ਇਸ ਇੰਤਜ਼ਾਮੀਆ ਦਾ ਜਿਨ੍ਹਾਂ ਨੇ ਇਹ ਅੱਜ ਦਾ ਮੌਜੂ ਰੱਖਿਆ ਬਈ ਸਿਆਸੀ ਤੇ ਸਮਾਜੀ ਜਿਹੜੇ ਹਾਲਾਤ ਨੇ ਉਹਨਾਂ 'ਚ ਜਿਹੜੇ ਸਾਡੇ ਜਿਹੜੇ ਨਵੇਂ ਨੌਜਵਾਨ ਨੇ ਜਿਹੜੇ ਜਾਂ ਜਵਾਨ ਨੇ ਉਹਨਾਂ ਦਾ ਕੀ ਕਿਰਦਾਰ ਹੋ ਸਕਦਾ ਜਾਂ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਬਈ ਮੈਂ ਇਹ ਗੱਲ ਕਰਾਂ ਵੀ ਨੌਜਵਾਨਾਂ ਦਾ ਕਿਰਦਾਰ ਕੀ ਹੋ ਸਕਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਸਿਆਸੀ ਹੋਣਾ ਕੀ ਹੁੰਦਾ ਹੈ। ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜੀਆਂ ਮੇਰੀਆਂ ਭੈਣਾਂ ਔਰ ਮੇਰੀਆਂ ਬੇਟੀਆਂ ਬੈਠੀਆਂ ਨੇ ਇਹਨਾਂ ਨਾਲ ਮੈਂ ਸਵਾਲ ਕਰਨ ਲੱਗਾ ਕਿਉਂਕਿ ਇਹ ਹੀ ਨਹੀਂ ਸੁਣਦੀਆਂ ਪਈਆਂ, ਬਾਕੀ ਸਾਰੇ ਸੁਣਦੇ ਪਏ ਨੇ। ਤੁਸੀਂ ਜ਼ਰਾ ਦੱਸਣਾ ਹੈ ਵੀ ਤੁਹਾਡੇ ਖਿਆਲ ਦੇ ਵਿੱਚੋਂ ਸਿਆਸਤਦਾਨ ਜਾਂ ਸਿਆਸੀ ਬੰਦਾ ਕਿਹਨੂੰ ਕਹਿੰਦੇ ਨੇ? ਤੁਹਾਡੇ ਖਿਆਲ 'ਚ ਕਿਹਨੂੰ ਕਹਿੰਦੇ ਨੇ ਸਿਆਸੀ ਬੰਦਾ? ਕੋਈ ਦੱਸੇ? ਕੋਈ ਦੱਸੇ? ਅੱਛਾ ਚਲੋ ਇੱਧਰੋਂ ਬੰਦਿਆਂ 'ਚੋਂ ਜਾਂ ਇੱਧਰੋਂ ਕੋਈ ਦੱਸੇ ਕਿ ਸਿਆਸੀ ਹੋਣ ਦਾ ਕੀ ਮਤਲਬ ਹੈ। ਅੱਛਾ, ਪੁਰਾਣੇ ਜ਼ਮਾਨੇ ਦੇ ਵਿੱਚ ਬਾਦਸ਼ਾਹ ਜਿਹੜੇ ਸਨ ਉਹ ਆਪਣੇ ਨਾਲ ਆਪਣੇ ਦਰਬਾਰ 'ਚ ਕੁਛ ਬੰਦੇ ਰੱਖਦੇ ਸਨ ਔਰ ਉਹਨਾਂ ਦਾ ਕੋਈ ਕੰਮ ਨਹੀਂ ਸੀ ਹੁੰਦਾ। ਉਹਨਾਂ ਦਾ ਉਹਦਾ ਹੁੰਦਾ ਸੀ ਇਹ ਸਿਆਸੀ ਨੇ, ਉਹ ਵਜ਼ੀਰ ਨਹੀਂ ਸਨ ਹੁੰਦੇ। ਵਜ਼ੀਰ ਜਿਹੜੇ ਨੇ ਉਹ ਐਡਮਿਨਿਸਟ੍ਰੇਟਰ ਹੁੰਦੇ ਨੇ, ਉਹਨਾਂ ਦੇ ਕੋਲ ਛੋਟੇ ਛੋਟੇ ਕੰਮ ਹੁੰਦੇ ਨੇ ਜਿਹੜੇ ਕਰਨ ਵਾਸਤੇ, ਯਾਨੀ ਕੋਈ ਸਿਹਤ ਦਾ ਹੈ ਉਹ ਸਿਹਤ ਦਾ ਕੰਮ ਕਰੇਗਾ, ਕੋਈ ਸਫਾਈ ਦਾ ਹੈ ਉਹ ਸਫਾਈ ਦਾ ਕੰਮ ਕਰੇਗਾ, ਕੋਈ ਇਤਲਾਤ ਦਾ ਕੰਮ ਕਰੇਗਾ। ਉਹ ਵਜ਼ੀਰ ਨਹੀਂ ਹੁੰਦੇ ਸਨ, ਉਹ ਸਿਆਸੀ ਹੁੰਦੇ ਸਨ। ਸਿਆਸੀ ਦੀ ਜ਼ਿੰਮੇਵਾਰੀ ਕੀ ਹੁੰਦੀ ਸੀ ਕਿ ਜਦੋਂ ਵੀ ਕੋਈ ਮਾਮਲਾ ਆਵੇ ਦੋ ਮੁਖਤਲਿਫ ਗਰੁੱਪਾਂ ਦੇ ਵਿੱਚ ਜਿੱਥੇ ਮਾਮਲਾ ਮੁਸ਼ਕਲ ਹੋ ਜਾਏ ਤੇ ਲੜਾਈ ਦੀ ਸੂਰਤ ਹਾਲ ਹੋਵੇ, ਕਰਨਾ ਕੀ ਹੈ? ਗੱਲਬਾਤ ਨਾਲ ਮਾਮਲਾ ਮੁਕਾਇਆ ਜਾਏ। ਕਿਸ ਤਰ੍ਹਾਂ ਗੱਲ ਮੁਕਾਇਆ ਜਾਏ? ਗੱਲਬਾਤ ਨਾਲ, ਲੜਾਈ ਦੇ ਨਾਲ ਨਹੀਂ, ਗੱਲਬਾਤ ਨਾਲ। ਅੱਜ ਜਦੋਂ ਅਸੀਂ ਆਪਣੀ ਨੌਜਵਾਨ ਨਸਲ ਤੋਂ ਉਮੀਦ ਰੱਖਦੇ ਹਾਂ ਕਿ ਉਹ ਸਿਆਸੀ ਔਰ ਸਮਾਜੀ ਵਾਲੇ ਨਾਲ ਕਿਸ ਤਰ੍ਹਾਂ ਦੇ ਹੋਣਗੇ ਤੇ ਅਸੀਂ ਆਪ ਪਹਿਲਾਂ ਇਹ ਸੋਚੀਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਮਾਮਲੇ ਨੇ ਉਹਨਾਂ ਨੂੰ ਸੁਲਝਾਉਣ ਵਾਸਤੇ ਉਹਨਾਂ ਦੀ ਤਰਬੀਅਤ ਜਿਹੜੀ ਹੈ ਉਹ ਆਇਆ ਸਿਆਸੀ ਕੀਤੀ ਹੈ ਜਾਂ ਲੜਾਕੂ ਕੀਤੀ, ਯਾਨੀ ਫੌਜੀ ਜਿਹਨੂੰ ਅਸਕਰੀ ਕਹਿੰਦੇ ਨੇ, ਅਸਕਰੀ ਕੀਤੀ ਹੈ। ਅਗਰ ਅਸੀਂ ਅਸਕਰੀ ਕੀਤੀ ਹੈ ਤਾਂ ਹਰ ਗੱਲ ਦਾ ਜਿਹੜਾ ਹੱਲ ਹੈ ਉਹ ਲੜ ਕੇ ਲੱਭਣਗੇ, ਜ਼ੋਰ ਨਾਲ ਲੱਭਣਗੇ। ਪਰ ਨਹੀਂ, ਸਿਆਸੀ ਹੋਣਾ ਜ਼ਰੂਰੀ ਹੈ, ਉਹਦੇ 'ਚ ਰਵਾਦਾਰੀ ਹੋਣੀ ਜ਼ਰੂਰੀ ਹੈ। ਰਵਾਦਾਰੀ ਦਾ ਮਤਲਬ ਹੁੰਦਾ ਅਗਲੇ ਨੂੰ ਸੁਣ ਲੈਣਾ ਤੇ ਉਹਦੀ ਗੱਲ ਨੂੰ ਸਮਝ ਕੇ ਉਹਦਾ ਜਵਾਬ ਦੇਣਾ ਔਰ ਉਹਨੂੰ ਬਰਦਾਸ਼ਤ ਕਰਨਾ। ਸੋ ਅਗਰ ਸਿਆਸੀ ਕਿਰਦਾਰ ਦੀ ਗੱਲ ਕਰਨੇ ਆ ਤਾਂ ਪਹਿਲਾਂ ਤਾਂ ਸੋਚੀਏ ਕਿ ਅਸੀਂ ਉਹਨਾਂ ਨੂੰ ਦਿੱਤਾ ਕਿਹੜਾ ਕਿਰਦਾਰ ਹੈ। ਔਰ ਅਗਰ ਸਮਾਜੀ ਦੀ ਗੱਲ ਹੈ ਤੇ ਮੈਨੂੰ ਯਾਦ ਆ ਰਿਹਾ ਹੈ ਕਿ ਸੁਕਰਾਤ ਨੇ ਆਖਿਆ ਬਈ ਇਨਸਾਨ ਜਿਹੜਾ ਹੈ ਉਹ ਇੱਕ ਸਮਾਜੀ ਹੈਵਾਨ ਹੈ। ਹੈਵਾਨ ਕੌਣ ਹੁੰਦਾ ਹੈ? ਇਹਦਾ ਮਤਲਬ ਇਹ ਹੋਇਆ ਬਈ ਜਿਹੜਾ ਬੰਦਾ ਜਿਹਨੂੰ ਅਕਲ ਮੌਤ ਨਹੀਂ ਹੈ, ਜਿਹੜਾ ਸਮਾਜੀ ਨਹੀਂ ਹੈ, ਜਿਹੜਾ ਸਿਆਸੀ ਨਹੀਂ ਹੈ, ਉਹ ਸਿਰਫ ਹੈਵਾਨ ਹੈ। ਅੱਜ ਅਸੀਂ ਆਪਣੇ ਨੌਜਵਾਨਾਂ ਨੂੰ ਇਹ ਚੈਲੰਜ ਦੇਣ ਤੋਂ ਪਹਿਲਾਂ ਕਿ ਇਹਨਾਂ ਦਾ ਕਿਰਦਾਰ ਕੀ ਹੋਏਗਾ, ਪਹਿਲਾਂ ਤਾਂ ਇਹ ਵੇਖੀਏ ਕਿ ਸਾਡੇ ਆਪਣੇ ਜਿਹੜੇ ਮੌਜੂਦਾ ਸਿਆਸੀ ਔਰ ਸਮਾਜੀ ਰਵੱਈਏ ਜਿਨ੍ਹਾਂ 'ਚ ਸਾਡੇ ਨੌਜਵਾਨਾਂ ਨੇ ਅੱਗੇ ਵੱਧ ਕੇ ਕੰਮ ਕਰਨਾ ਹੈ ਉਹ ਅਸੀਂ ਕਿੰਜ ਦੇ ਦਿੱਤੇ ਨੇ। ਆਇਆ ਔਰ ਰਵਾਦਾਰੀ, ਬਰਦਾਸ਼ਤ, ਮੁਹੱਬਤ ਔਰ ਇੱਕ ਦੂਜੇ ਨੂੰ ਸੁਣਦੇ ਨੇ। ਜਿਹੜਾ ਸੁਣ ਨਹੀਂ ਸਕਦਾ ਉਹਦੀ ਕੌਣ ਸੁਣੇਗਾ? ਜਿਹੜਾ ਕਿਸੇ ਨੂੰ ਨਹੀਂ ਸੁਣ ਸਕਦਾ ਉਹਦੀ ਕੋਈ ਸੁਣੇਗਾ ਨਹੀਂ। ਔਰ ਸਮਾਜੀ ਤੌਰ ਤੇ ਜਿਹੜੇ ਬੰਦੇ ਨੂੰ ਤਮੀਜ਼ ਹੀ ਨਹੀਂ ਜਾਂ ਜਿਹਨੂੰ ਇਹ ਪਤਾ ਹੀ ਨਹੀਂ ਕਿ ਅਗਰ ਮੈਂ ਗੱਲ ਕਰਾਂਗਾ ਤਾਂ ਮੇਰੀ ਸੁਣੀ ਜਾਏਗੀ ਜਾਂ ਮੈਂ ਕਿਸ ਤਰ੍ਹਾਂ ਗੱਲ ਕਰਾਂ ਤੇ ਮੇਰੀ ਗੱਲ ਸੁਣੀ ਜਾਏ, ਉਹਦੀ ਸਮਾਜੀ ਹਸੀਅਤ ਹੈਵਾਨ ਵਾਲੀ ਹੈ। ਔਰ ਮਾਜ਼ਰਤ ਨਾਲ ਅਸੀਂ ਸਮਾਜੀ ਮੁਆਸ਼ਰੇ 'ਚ ਨਹੀਂ ਰਹਿਣ ਦੇ। ਅਸੀਂ ਇੱਕ ਗੈਰ ਬਰਦਾਸ਼ਤ ਵਾਲੇ, ਗੈਰ ਰਵਾਦਾਰੀ ਵਾਲੇ ਇੱਕ ਐਸੇ ਮੁਆਸ਼ਰੇ 'ਚ ਰਹਿਣ ਦੇ ਆ ਜਿੱਥੇ ਨਾ ਸੁਣਨ ਦੀ ਤਮੀਜ਼ ਹੈ ਤੇ ਨਾ ਸੁਣਾਉਣ ਦੀ ਤਮੀਜ਼ ਹੈ। ਆਖਰੀ ਗੱਲ ਕਰਕੇ ਗੱਲ ਨੂੰ ਮੁਕਾਵਾਂਗੇ। ਸਿਆਸੀ ਔਰ ਸਮਾਜੀ ਤੌਰ ਤੇ ਅਗਰ ਅਸੀਂ ਆਪਣੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਾਂ ਤੇ ਜਿਹੜੇ ਵੱਧ ਰਹੇ ਨੇ ਅੱਗੇ, ਜਿਨ੍ਹਾਂ ਨੇ ਮਿਹਨਤ ਕੀਤੀ ਹੈ ਪਿਛਲੇ 10, 12, 15 ਸਾਲ, ਪਹਿਲਾਂ ਉਹਨਾਂ ਨੂੰ ਸੁਣ ਕੇ ਉਹਦੇ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ। ਔਰ ਜਿਨ੍ਹਾਂ ਨੂੰ ਅਸੀਂ ਸਿਆਸੀ ਸਮਝਦੇ ਪਏ ਹਾਂ, ਜਿਹੜੀ ਅੱਗੇ ਅਸੀਂ ਗੱਲ ਕੀਤੀ ਹੈ ਕਿ ਆਇਆ ਉਹਨਾਂ 'ਚ ਇੰਨੀ ਅਹਲੀਅਤ ਮੌਜੂਦ ਹੈ
ਬਈ ਉਹ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਉਹ ਰਵਾਦਾਰੀ ਔਰ ਸਮਾਜੀ ਔਰ ਸਿਆਸੀ ਤਰੀਕੇ ਨਾਲ ਹੱਲ ਕਰਦੇ ਪਏ ਨੇ। ਅਗਰ ਸਾਡੇ ਸਿਆਸਤਦਾਨ ਵੀ ਅੱਜ ਆ ਕੇ ਤੇ ਮਾਈਕਸ ਦੇ ਉੱਤੇ ਕਹਿੰਦੇ ਨੇ ਮਾਰ ਦੇਂਗੇ, ਉਹ ਸਾਡਾ ਨਾਰਾ ਹੀ ਪਹਿਲਾਂ ਹੁੰਦਾ ਮਰੋਗੇ, ਅਸੀਂ ਬੜੇ ਜੋਸ਼ ਨਾਲ ਕਹਿੰਦੇ ਆ ਮਰਾਂਗੇ, ਤੇ ਬਾਹਰ ਨਿਕਲਦੇ ਸਾਰੀ ਅਸੀਂ ਬਿਰਿਆਨੀ ਤੋਂ ਲੜ ਮਰਨ ਦੇ ਹੁੰਦੇ ਆ। ਇੰਝ ਹੀ ਹੈ ਨਾ, ਬਿਰਿਆਨੀ ਤੋਂ ਲੜ ਮਰਨ ਦੇ ਹੁੰਦੇ ਆ। ਸੋ ਬਿਰਿਆਨੀ ਤੋਂ ਲੜ ਕੇ ਨਹੀਂ ਮਰਨਾ, ਸੁਣਨਾ ਤੇ ਸੁਣਾਣਾ ਹੈ, ਸਮਝਣਾ ਔਰ ਸਮਝਾਣਾ ਹੈ। ਔਰ ਲੀਡਰ ਕੌਣ ਹੁੰਦਾ ਹੈ? ਇੱਕ ਹੀ ਸ਼ੇਰ ਹੈ ਜਿਹਦੇ 'ਚ ਮੈਂ ਤਾਂ ਛੋਟਾ ਜਿਹਾ ਉਹਨੂੰ ਕਹਿ ਕੇ ਤੇ ਖਤਮ ਕਰਾਂਗੇ ਕਿ ਲੀਡਰ ਉਹ ਹੁੰਦਾ ਜਿਹੜਾ ਆਖੇ ਮੇਰੇ ਉੱਤੇ ਲੱਦ ਦਿਓ ਸਾਰੇ ਆਪਣਾ ਆਪਣਾ ਭਾਰ, ਮੇਰੇ ਉੱਤੇ ਲੱਦ ਦਿਓ ਸਾਰੇ ਆਪਣਾ ਆਪਣਾ ਭਾਰ, ਪਰ ਇੱਕ ਵਾਰੀ ਸਿਦਕ ਦਿਲੀ ਨਾਲ ਆਖੋ ਮੈਨੂੰ ਯਾਰ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। बहुत शुक्रिया जनाब। अब मैं मोहतरम जनाब शाहजेल शहजाद डॉक्टर फॉर मेडिसन सदर FC कॉलेज को दावत दूंगा कि वो अपने इजहार ख्याल करें। बहुत शुक्रिया गौरी साहब। अंजाम का हो डर तो आगाज़ बदल डालो, अंजाम का हो डर तो आगाज़ बदल डालो, तस्कीन ना हो जिसमें वो राज बदल डालो, जो राज ना रख पाए हम राज बदल डालो, पुरसोज दिलों को जो सुकून ना दे पाए, सुर ना मिले जिससे वो साज बदल डालो, दुश्मन के इरादों को है अगर परखना तुम खेल वही खेलो, अंदाज बदल डालो, ए दोस्त करो हिम्मत कुछ दूर सवेरा है, अगर चाहते हो मंजिल परवाज़ बदल डालो, अगर चाहते हो मंजिल परवाज़ बदल डालो। सबसे पहले मैं शुक्रगुज़ार हूँ जनाब सैमसन सलामत साहब का और गौरी साहब का और इस रवादारी तहरीक का, जिन्होंने मुझे यहाँ पे मदऊ किया आज आप लोगों के साथ गुफ्तगू करने के लिए। मेरे से पहले आने वाले स्पीकर्स ने बहुत अच्छे तरीके से पाकिस्तान के क्रिश्चियंस की नुमाइंदगी किस तरीके से होती है और उनकी क्या वैल्यू और क्या स्टैंडर्ड्स हैं इसके बारे में आपको बताया। और उनसे पहले आने वाले स्पीकर्स ने हमें लुगत के लिहाज से बड़े रोशनी डाली कि सियासत बेसिकली क्या है और समाज और सोशली किस तरह से चीज़ों को देखा जाता है। मैं आपको स्पेसिफिकली ये चीज़ बताने आया हूँ यहाँ पे कि किस तरीके से आप एक स्ट्रॉन्ग इंडिविजुअलिटी अगर नहीं रखते, किस तरीके से अगर आप अपने अंदर एक स्ट्रॉन्ग करैक्टर नहीं रखते, तो आप किसी भी सूरत में एक अच्छे समाजी कारकुन या एक अच्छे सियासत के अंदर सियासी लिहाज से अपना कोई अच्छा पॉजिटिव कंट्रीब्यूशन माशरे के अंदर नहीं कर सकते। इसकी मिसाल लेते हैं। सबसे पहले आपको बताते हैं कि कोई भी आज पाकिस्तान की नीड क्या है, आज हमारे नौजवानों की या हमारी सियासी स्टैंडिंग्स की क्या नीड है। सबसे पहले ज़रूरत को समझने की कोशिश करें। हमारे यहाँ किसी भी चीज़ की अगर आप ख्वाहिश करते हैं, उस ख्वाहिश को हमेशा ज़रूरत बनाएं। रवादारी तहरीक के लिए एक आखिरी शेर कि कदम उठते हैं तो मंजिल की गिरा खुलती है, कदम उठते हैं तो मंजिल की गिरा खुलती है, रास्ते दूर से दुश्वार नज़र आते हैं। बहुत शुक्रिया। सर बैठा हुआ है वो ये है कि जो सियासतदान जो है वो गलियां बना देते हैं, सड़कें बना देते हैं, रोड्स को बेहतर कर देते हैं, या सोसाइटी के अंदर जो तमीराती काम है वो कर देते हैं। हमारे यहाँ जो सोशल एक थिंकिंग है वो यही है कि पॉलिटिक्स जो है सिर्फ जो है वो तमीराती काम करते हैं, जबकि कोई भी शख्स अगर पढ़ा लिखा पॉलिटिक्स को देखता है और पॉलिटिक्स की डेप्थ में जाता है, तो पॉलिटिक्स का मतलब ये है कि गवर्न करना, गवर्नमेंट को गवर्न करना, एक स्टैचूट जो बॉडी है उसके अकॉर्डिंग जो है एक राया को चलाना, एक अवाम को जो है चलाना, उनकी लीडरशिप को कंट्रोल करना, और ये एक पॉलिटिक्स की बेसिक जो है वो हमारे सामने डेप्थ नज़र आती है। जबकि आम फहम में यही हमारे अंदर कॉन्सेप्ट है कि तमीराती काम करवाने के लिए जो है, जो नंबरदार है या एक काउंसलर है या नाज़म है, वो जो है अगर हमारी सोसाइटी के अंदर जो है तमीराती काम नहीं करता, तो इट मीन्स कि पॉलिटिक्स जो है वो हमारे वोट्स ले लेते हैं लेकिन हमारे लिए जो है वो काम नहीं करते। आम फहम में सोसाइटी के अंदर जो है यही सोच पाई जाती है। जबकि अगर हम इसको डेप्थ में देखें कि पॉलिटिक्स जो है
وہ یہ ہے کہ لیڈرشپ کرنا، اعلیٰ سطح پر جو ہے نیشنل اور انٹرنیشنل لیول پر جو ہے اپنی قوم کی جو ہے وہ نمائندگی کرنا۔ اس کی سینس ہے کہ ایک بہتر طور پر کس طور پہ آپ پالیٹکس کو جو ہے وہ دیکھ سکتے ہیں۔ اور دوسرا پہلو ہمارے سامنے آتا ہے وہ ہے سوشل ایکٹیویٹیز کا، سماجی، معاشرے کے اندر، سماج کے اندر جو ہے آپ کس طور پر رعایا کے لیے ایک ویلفیئر کے طور پہ کام کرتے ہیں۔ آیا کہ ایک اچھا سوشل ایکٹیوسٹ جو ہے ایک فلاحی کام کر کر کس طور پر عوام کا، رعایا کا، سماج کا جو ہے وہ دل جیتتا ہے۔ تو بہت سارے ایسے سوشل ایسپیکٹس ہیں جن کو ہم سوسائٹی کے اندر جو ہے ان کے اوپر کام کریں تو بہت ساری جو ویلفیئر کے کام ہے اس کے تحت جو ہے ہم عوام کو بہتری کے طور پر جو ہے وہ دیکھ سکتے ہیں کہ کس طور پر سوشل ایکٹیوسٹ جو ہے ایک فلاحی ویلفیئر کے کام کر کے عوام کو رائے راست پر جو ہے وہ لے کے آتے ہیں۔ یہ جو موضوع ہے آج کا، اس میں دو بیسیکل جو ہے وہ سیکٹر جو ہے وہ سامنے نظر آتے ہیں۔ اور میں سمجھتا ہوں کہ یوتھ کے تعلق سے اگر دیکھا جائے کہ یوتھ اگر جس طرح کہ ہم چرچ کے اندر ہیں تو بائبل کے اندر بھی لکھا ہے کہ نوجوان جو ہے اگر خداوند کے ہاتھ میں ہے تو زور آور ہے، اور اگر نوجوان جو ہیں وہ خداوند کے ساتھ نہیں چلتے اور خداوند کو قبول نہیں کرتے تو ان کی ایکٹیویٹیز جو ہے خداوند سے ہٹ کر ہے تو وہ کسی بھی موڑ پر جا کر کامیابی کو حاصل نہیں کر سکتے۔ اور میں سمجھتا ہوں کہ یوتھ جو ہے، بائبل یوتھ کے بارے میں بہت زیادہ ڈسکرائب کرتی ہے کہ اگر ہم خداوند یسوع مسیح کے پیچھے لبیک کہتے ہیں تو دنیا کے اندر جو چیز آپ ڈیمانڈ کرتے ہیں وہ چیز آپ کو حاصل ہو سکتی ہے، آپ صرف اس بنا پر کہ آپ نے جیسس کرائسٹ کو جو ہے قبول کیا ہے۔ اور دنیا کے اندر بہت سارے ایسے پہلو ہیں جن کے اندر جو ہے آپ اگر بہت زیادہ محنت کرتے ہیں لیکن بلیسنگ جو ہے وہ آپ کی لائف کے اندر جو ہے وہ نہیں نظر آتی۔ جب آپ روحانی حلقوں کے اندر کام کرتے ہیں تو بہت زیادہ جو ہے آپ فروٹفل ہوتے ہیں اور خداوند آپ کو بلیس کرتا ہے۔ تھینک یو ویری مچ۔ کچھ بھی نہیں ہے زندگی، سکھ دکھ کی ہے کہانی، کچھ بھی نہیں ہے زندگی، سکھ دکھ کی ہے کہانی، منزل اسے ملی یہاں جس نے نہ ہار مانی۔ کہتی ہے ہم سے روشنی، کہتی ہے ہم سے روشنی، جائے گا ہر اندھیرا، جس کی تجھے تلاش ہے آئے گا وہ سویرا۔ امیدوں کے سہارے کٹتی ہے زندگانی، کٹتی ہے زندگانی، کچھ بھی نہیں ہے زندگی، سکھ دکھ کی ہے کہانی۔ اب میں جناب عزت مآب جناب رواداری تحریک کے فاؤنڈر اینڈ چیئرمین جناب سیمسن سلامت آج کی صدارت ان کو دعوت دوں گا کہ وہ اپنے خیالات کا اظہار کریں۔ شکریہ صاحب۔ اسٹیج پہ بیٹھے قائدین، مہمانان گرامی اور ہال میں موجود نوجوان، بچے، میری بہنیں، بھائی، بزرگ، آپ سب کو میری طرف سے سلام، السلام علیکم۔ آج کے موضوع پر 3 لوگوں نے بڑی مفصل گفتگو کی ہے۔ میں کچھ دل کی باتیں آپ سے کر لیتا ہوں، لیکن وہ بھی اس صورت میں اگر آپ کا سننے کا موڈ ہے، کیونکہ وقت کافی زیادہ ہو چکا ہے۔ آج کا پروگرام جو ہے وہ تکنیکی اعتبار سے کچھ ڈسٹربنسز کا شکار ہوا ہے اور ہم اس کو بڑی تاخیر سے شروع کیا ہے۔ اس لیے میں چاہتا ہوں کہ پہلے میں آپ کا موڈ پوچھ لوں کہ آپ آج سننے کے موڈ میں ہیں؟ اوکے۔
تو غوری صاحب آپ کا، نصرت چودھری اور جتنے ہمارے یوحنا آباد میں رواداری تحریک کے ساتھی ہیں، میں آپ سب کا شکریہ ادا کرنا چاہتا ہوں۔ میرا خیال تقریباً 1 ہفتے میں یہ یوحنا آباد کا دوسرا دورہ ہو چکا ہے۔ اس دوران میں ایک دورہ جو ہے وہ ملتان کا میں کر آیا ہوں، اور آج جو ہے وہ دوبارہ ایک مرتبہ آپ سے بات کرنے کا موقع مل رہا ہے۔ یہاں ایک بہت خوبصورت ترانہ بجایا گیا ہے، قومی ترانہ جس کو ہم کہتے ہیں، ملی نغمہ، مجھے بڑا پسند ہے۔ لیکن اس سے بھی زیادہ پسند ایک نغمہ جو بچپن سے ہم سنتے آ رہے ہیں، وہ ہے سونی دھرتی اللہ رکھے، قدم قدم آباد تجھے، قدم قدم آباد تجھے۔ ہماری دعا ہے آج کی شام کے ہمارا یہ ملک، ہماری یہ دھرتی ہمیشہ اسی طرح سے قائم رہے۔ جو ترانہ یہاں پر بجایا گیا ہے وہ ہے اس پرچم کے سائے تلے ہم ایک ہیں، ہم ایک ہیں، اور اکثر یہ ترانہ جو ہے وہ بجایا جاتا ہے۔ ہماری یہ خواہش ہے کہ ہم اس پرچم کے سائے تلے ایک رہیں، لیکن میں مجبور ہوں یہ کہنے پر کہ باوجود کہ ہم اپنی دھرتی سے پیار کرتے ہیں، اس پرچم سے ہم پیار کرتے ہیں، یہ پرچم ہمارا ہے، یہ پرچم بہت خوبصورت ہے، لیکن جو حالات بتاتے ہیں، جو حقائق بتاتے ہیں، میں یہ کہنے پر مجبور ہوں کہ اس پرچم کے سائے تلے ہم سب ایک نہیں ہیں۔ اگر آپ نے مجھ سے چکنی چپڑی باتیں سننی ہے، تعریفیں سننی ہے، تو میں بالکل سنا سکتا ہوں، لیکن میں سچ کہنا چاہتا ہوں آپ سے کہ اس پرچم کے سائے تلے اگر میں پاکستان کے آج کے سیاسی اور سماجی حالات کا تجزیہ آپ کے سامنے رکھوں تو اس پرچم کے سائے تلے ہم ایک نہیں ہیں۔ اس پاکستان میں جس کو بنانے کے لیے ہمارے قائدین نے، چاہے وہ قائد اعظم ہیں، وہ دوسرے قائدین ہیں، چاہے ان کا تعلق اکثریت سے تھا، وہ اقلیت سے تھا، انہوں نے بڑی محنت کی، لیکن آج کا پاکستان جب میں دیکھتا ہوں تو میں سمجھتا ہوں کہ آج کا پاکستان غریب کا پاکستان اور ہے اور امیر کا پاکستان اور ہے۔ ڈیفنس اور بحریہ ٹاؤن میں رہنے والوں کا پاکستان اور ہے، اور جوزف کالونی اور یوحنا آباد میں رہنے والوں کا پاکستان اور ہے۔ بلوچستان کے شہر تربت اور لورا لائی کا پاکستان اور ہے، اور کسی کنٹونمنٹ کا پاکستان اور ہے۔ کسی جج اور جرنیل کا پاکستان اور ہے تو کسی کسان، کھیت مزدور اور بٹا مزدور کا پاکستان اور ہے۔